अलैकुम रहमतुल्लाहि व बरकातहू। दोस्तों, आप ये गौर से पढ़ें, शुगर की वजह से कोई बंदा परेशान हो के ये बंदे को सिर्फ फिंगर करा के और इसकी लेग मूव कर दे, लेग मूव होने के बाद दोबारा फिर डॉक्टर ने यहाँ डॉक्टर की गलती की वजह से जख्म खराब हुआ और ये बंदा दोबारा ठीक हो गया। उनको कहा गया कि लेग अब यहाँ से ऊपर से दोबारा कटनी है। तो ये मेरे पास आ गया और अल्हम्दुलिल्लाह इनकी रिकवरी हो गई, अब बिल्कुल ठीक है। ऐसे ही जल्दबाजी में जख्म को परेशान होकर जल्दी ना रिमूव करवाएं, जख्म बिल्कुल काबिल इलाज होते हैं। अल्लाह पाक की तरफ से शिफा जब जब लिखी हो तो इतनी जल्दी इलाज आया हो, दोबारा अल्लाह पाक की जो नेमत है वो नहीं मिलती। एक बार ज़रूर आजमाएं। अल्लाह हाफ़िज़, फ़ी अमान अल्लाह। बिस्मिल्लाहिर्रहमानिर्रहीम। ਇਹ ਜੀ ਇੱਕ ਨਈ ਆਈਟਮ ਆ ਜਿਹੜਾ ਅਸੀਂ ਤਿਆਰ ਕਰ ਰਹੇ ਹਾਂ। ਇਹ ਜੀ ਮਸ਼ੀਨ ਹੈ ਜਿਹਦੇ ਨਾਲ ਅਸੀਂ ਪਿਆਜ਼, ਸਫੇਦ ਤੇ ਦੇਸੀ ਥੂਮ ਜਿਹਨਾਂ ਅਸੀਂ ਕ੍ਰਸ਼ ਕਰਕੇ ਤੇ ਇਹਦਾ ਅਸੀਂ ਜੂਸ ਕੱਢਿਆ। ਜੂਸ ਕੱਢ ਕੇ ਤੇ ਅਸੀਂ ਇਹਨੂੰ ਜਨਾਬ ਆਹ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਹਾਲੇ ਅਸੀਂ ਲਾਈਵ ਵੀ ਕਰ ਰਹੇ ਹਾਂ, ਕਿਉਂਕਿ ਜੋ ਚੀਜ਼ਾਂ ਅਸੀਂ ਕੱਢੀਆਂ ਆ ਉਹਦਾ ਠੋਕ ਪਿਆ ਆ। ਇਹ ਮਸ਼ੀਨ ਆ ਜਿਹੜੀ ਜੂਸ ਕੱਢਦੀ ਹੈ। ਹੈ ਜੀ ਉਹ ਮਵਾਨ ਹੈ ਜਿਹਦੇ ਵਿੱਚ ਅਸੀਂ ਜ਼ਾਫਰਾਨ ਤਕਰੀਬਨ ਕੋਈ 6 ਤੋਲੇ ਜ਼ਾਫਰਾਨ ਪਾ ਦਿੱਤਾ ਹੈ। ਕਸਤੂਰੀ ਜਿਹੜੀ ਹੈਗੀ ਆ ਉਹ ਅਸੀਂ 100 ਗ੍ਰਾਮ 125 ਗ੍ਰਾਮ ਕਸਤੂਰੀ ਪਾ ਦਿੱਤੀ, ਖਾਲਸ ਨੇਪਾਲ ਵਾਲੀ। ਇਹਦੇ 'ਚ ਜੂਹੈਂਬੀਨੀਅਮ, ਸਟੀਨਲ ਫੋਇਲ, ਅਕਰਕਰਾ, ਅਰੇਗਮਾਈ, ਕੁੱਤਾ ਸੋਨਾ, ਸ਼ਿੰਗਰਫ ਜਿਹੜਾ ਅਸੀਂ ਆਪ ਤਿਆਰ ਕਰਦੇ ਹਾਂ। ਇਹਦੇ ਵਿੱਚ ਅਸੀਂ ਕੁੱਤਾ ਸੋਨਾ ਵੀ ਪਾਇਆ ਹੈ, ਕੁੱਤਾ ਹੀਰਾ ਵੀ ਪਾਇਆ ਹੈ। ਇਹਦੇ ਵਿੱਚ ਅਸੀਂ ਕੁੱਤਾ ਚਾਂਦੀ ਵੀ ਇਸਤੇਮਾਲ ਕਰਾਂਗੇ, ਕਿਉਂਕਿ ਜਿਨ੍ਹਾਂ ਦੇ ਸਿਪਰਮ ਖਤਮ ਹੋ ਜਾਂਦੇ ਆ ਔਰ ਮਮਸਾਕ ਨਹੀਂ ਰਹਿ ਜਾਂਦਾ ਉਹਨਾਂ ਦੇ ਵਾਸਤੇ। ਇਹ ਜੀ ਫਾਲਜ, ਜਿਨ੍ਹਾਂ ਲੋਕਾਂ ਨੂੰ ਫਾਲਜ ਹੋ ਜਾਂਦਾ ਆ, ਮੰਜੇ ਤੇ ਪੈ ਜਾਂਦੇ ਨੇ, ਕਈ ਸਾਲ ਵਿਚਾਰੇ ਮੰਜਿਆਂ ਤੇ ਰਗੜੀਂਦੇ ਰਹਿੰਦੇ ਨੇ, ਉਹਨਾਂ ਲਈ ਇਹ ਬੜਾ ਅਖੀਰ ਤੋਹਫਾ ਹੈ। ਮਗਰ ਇਹਦੀ ਪ੍ਰਾਈਸ ਜ਼ਰੂਰ ਜ਼ਿਆਦਾ ਆ, ਮਗਰ ਇਹ ਹੈ ਕਿ ਇਹ ਉਹਨੂੰ ਚੱਲਣ ਫਿਰਨ ਦੇ ਕਾਬਲ ਕਰ ਦਿੰਦਾ ਹੈ। ਬਾਕੀ ਰਹਿ ਗਈ ਮਰਦਾਂ ਦੀ ਕੁਵਤ, ਉਹ ਤਾਂ ਫਿਰ ਜਦੋਂ ਇੱਕ ਜਿਹਨੂੰ ਕਹਿੰਦੇ ਅਸੀਂ ਫਾਲਜ ਵਾਲੇ ਨੂੰ ਇਹਨੇ ਖੜਾ ਕਰ ਦੇਣਾ, ਤੇ ਫਿਰ ਜਿਹੜੇ ਬੰਦੇ ਨੌਜਵਾਨ ਤਕੜੇ ਆ ਫਿਰ ਉਹਨਾਂ ਨੇ ਤਾਂ ਇਹਨਾਂ ਨੇ ਹਸ਼ਰ ਨਸ਼ਰ ਕਰ ਦੇਣੇ ਤੇ ਬਸ। ਫਿਰ ਉਹ ਤਾਂ ਜਿਹੜਾ ਵੀ ਗੋਲੀ ਖਾਏਗਾ ਤੇ ਪਛਤਾਏਗਾ ਕਿ ਅਸੀਂ ਕਿਉਂ ਖਾਧੀ। ਇਸ ਵਾਸਤੇ ਕਿ ਉਹਨਾਂ ਦੀ ਤਾਕਤ ਹੀ ਇੰਨੀ ਹੋ ਜਾਣੀ ਆ ਕਿ ਯਾਰ ਅਸੀਂ ਇਹ ਗੋਲੀ ਹਾਲੇ ਨਹੀਂ ਖਾਣੀ, ਇਹ ਤਾਂ ਮੁਰਦਿਆਂ ਨੂੰ ਜ਼ਿੰਦਾ ਕਰ ਦੇਣਾ। ਔਰ ਪਛਤਾਉਣ ਦਾ ਮਕਸਦ ਸਿਰਫ ਇਹੀ ਆ ਕਿ ਜਿਨ੍ਹਾਂ ਨੇ ਨਹੀਂ ਖਾਧੀ ਉਹ ਵੀ ਪਛਤਾਉਣਗੇ, ਜਿਨ੍ਹਾਂ ਨੇ ਖਾਧੀ ਉਹ ਵੀ ਪਛਤਾਉਣਗੇ, ਖਾ ਕੇ ਪਛਤਾਉਣਗੇ ਇਸ ਵਾਸਤੇ ਕਿਉਂਕਿ ਅਗਰ ਉਹਨਾਂ ਕੋਲ ਇੰਨੇ ਵਸਾਇਲ ਨਹੀਂ ਹੈਗੇ, ਇੰਨੀਆਂ ਬੀਵੀਆਂ ਜਾਂ ਕੋਈ ਨਹੀਂ ਹੈ, ਤੇ ਫਿਰ ਭਾਈ ਉਹ ਕਹਿਣਗੇ ਯਾਰ ਕੋਈ ਅਖੀਰ ਦੀ ਚੀਜ਼। ਤੇ ਜਿਨ੍ਹਾਂ ਦੀ ਸ਼ਾਦੀ ਹੋ ਚੁੱਕੀ ਹੈ ਉਹਨਾਂ ਲਈ ਵੀ ਅਖੀਰ ਹੈ। ਬਹਰਾਲ ਜੀ ਹਰ ਤਰਫੋਂ ਇਹ ਇੱਕ ਬਹੁਤ ਪਿਆਰੀ ਚੀਜ਼ ਹੈ। ਅਸੀਂ ਇਹਨੂੰ ਕਸਤੂਰੀ ਵਾਲੀ, ਜ਼ਾਫਰਾਨ, ਅੰਬਰ ਵਾਲੀ ਗੋਲੀ ਕਹਿੰਦੇ ਹਾਂ, ਜਿਹਦੇ 'ਚ ਹੋਰ ਵੀ ਦੀਗਰ ਰੇਗਮਾਈ ਵਗੈਰਾ ਵੀ ਪਾ ਦਿੰਦੇ ਹਾਂ। ਅਸੀਂ ਜ਼ਿਆਦਾਤਰ ਜਿਹੜੀਆਂ ਦੂਸਰੀਆਂ ਚੀਜ਼ਾਂ ਨਾ ਉਹ ਨਹੀਂ ਪਾਉਂਦੇ, ਕਿਉਂਕਿ ਸਾਡੇ ਕੋਲ ਕਸਤੂਰੀ, ਜ਼ਾਫਰਾਨ, ਅੰਬਰ, ਰੇਗਮਾਈ ਅਤੇ ਆਪਣੇ ਆ ਜਿਹੜੇ ਸਫੂਫ ਹੁੰਦੇ ਨੇ, ਅਸੀਂ ਇਹ ਜ਼ਿਆਦਾ ਪਾਉਂਦੇ। ਇਹਦੇ ਵਿੱਚ ਇਹਨਾਂ ਦੇ ਰਿਜ਼ਲਟ ਅੱਗੇ ਜਿਹਨੇ ਵੀ ਇਹ ਖਾਧੀਆਂ ਗੋਲੀਆਂ, ਮਗਰ ਉਹਦੇ ਵਿੱਚ ਅਸੀਂ ਕੁਝ ਚੀਜ਼ਾਂ ਕਮ ਪਾਈਆਂ ਸੀਗੀਆਂ ਤਾਂ ਉਹਨਾਂ 'ਚ ਵੀ ਸੀਗੀਆਂ ਬੇਟਾਸ਼ਾ ਸੀ, ਉਹ
ਕਿਉਂਕਿ ਅਸੀਂ ਰਿਸਰਚ ਕਰ ਰਹੇ ਸੀ, ਮਗਰ ਉਹਨਾਂ ਦੇ ਜਿੰਨੇ ਰਿਜ਼ਲਟ ਨਿਕਲੇ ਨੇ ਬੇਤਹਾਸ਼ਾ ਨਿਕਲੇ ਨੇ। ਅਰੇ ਜਿਹੜੇ ਸ਼ੂਗਰ ਵਾਲੇ ਮਰੀਜ਼ ਆ, ਉਹਨਾਂ ਲਈ ਵੀ ਅਕਸੀਰ ਇੱਕ ਤੋਹਫਾ ਆਇਆ ਜੀ। ਸ਼ੂਗਰ ਵਾਲੇ ਵੀ ਕਹਿੰਦੇ ਕਿ ਜਨਾਬੇ ਲਈ ਇਹ ਚੀਜ਼ ਸਹੀ ਹੈ, ਕਿਉਂਕਿ ਅਸਲ ਉਹਦੇ ਲਈ ਸ਼ੂਗਰ ਦੀ ਜਿਹੜੀਆਂ ਚੀਜ਼ਾਂ ਖਾ ਗਈ ਹੈ ਨਾ, ਉਹਨਾਂ ਤਾਕਤਾਂ ਨੂੰ ਇਹ ਬਹਾਲ ਕਰ ਦਿੰਦੀ ਹੈ, ਔਰ ਐਸੀਆਂ ਬਹਾਲ ਕਰਦੀ ਹੈ ਕਿ ਉਹ ਫਿਰ ਯਾਦ ਕਰਦੇ ਨੇ ਕਿ ਯਾਰ ਕਿਸੇ ਨੇ ਦਵਾਈ ਬਣਾਈ ਤਾਂ ਬੜੀ ਪਿਆਰੀ ਬਣਾਈ ਹੈ। ਅਤੇ ਕੈਂਸਰ ਜਿਹੜਾ ਹੈਗਾ, ਕੈਂਸਰ ਵੀ ਤਾਕਤਾਂ ਖਾ ਜਾਂਦਾ ਹੈ। ਜਿਹੜੇ ਮੰਜੇ 'ਤੇ ਚਲੇ ਜਾਂਦੇ, ਜਦੋਂ ਉਹ ਵੀ ਗੋਲੀ ਖਾਂਦੇ ਹਨ, ਜਦੋਂ ਤਾਕਤ ਮਿਲਦੀ ਹੈ ਅਤੇ ਉਹ ਤਾਕਤ ਦੇ ਵਿੱਚ ਆ ਕੇ ਤਾਂ ਉਹ ਫਿਰ ਜਿਹੜਾ ਕੈਂਸਰ ਆ ਉਹ ਓਨਾ ਅਸਰਅੰਦਾਜ਼ ਨਹੀਂ ਹੁੰਦਾ ਜਿੰਨਾ ਕਿ ਉਹਦੀ ਕਮਜ਼ੋਰੀ ਹੋ ਚੁੱਕੀ ਹੁੰਦੀ ਹੈ। ਸ਼ੂਗਰ ਅਤੇ ਕੈਂਸਰ ਇਹ ਦੋਨੇ ਭੈਣ ਭਰਾ ਇਹ ਤਾਕਤਾਂ ਹੀ ਖਾਂਦੇ ਨੇ, ਲਿਹਾਜ਼ਾ ਤਾਕਤਾਂ ਬਹਾਲ ਕਰੋ ਅਤੇ ਮਜ਼ੇ ਲੁੱਟੋ। ਔਰ ਜਿਹੜੇ ਕਹਿੰਦੇ ਜੀ ਸਾਡੇ ਗੋਡੇ ਗਿੱਟੇ ਪਤਾ ਨਹੀਂ ਕੀ ਕੁਛ, ਕਮਰ ਦਰਦ, ਹਾਂਜੀ ਹਾਰਟ ਅਟੈਕ, ਦਿਲ ਦੀ ਧੜਕਣ, ਦਿਲ ਦੇ ਕਈ ਵਾਰ ਬੰਦ ਹੋ ਗਏ ਨੇ, ਉਹਨਾਂ ਨੂੰ ਤਾਂ ਫਿਰ ਇੰਝ ਖੋਲ ਦਿੰਦਾ ਹੈ, ਰਿਲੈਕਸ ਕਰ ਦਿੰਦਾ ਹੈ। ਬਸ ਦਿਲ ਵਾਲਿਆਂ ਲਈ ਵੀ ਬਹੁਤ ਤਸੀਰ ਆ, ਕਿਉਂਕਿ ਫਾਲਜ ਹੁੰਦਾ ਹੀ ਦਿਲ ਔਰ ਦਿਮਾਗ ਦੀ ਵਜ੍ਹਾ ਤੋਂ। ਜਦੋਂ ਕਲਾਟ ਹੋਣੇ ਸ਼ੁਰੂ ਹੋ ਜਾਂਦੇ ਉਸ ਵੇਲੇ ਉਹ ਮਰੀਜ਼ ਡਿੱਗ ਪੈਂਦੇ ਮੰਜੇ 'ਤੇ, ਉਹਨਾਂ ਨੂੰ ਇਹ ਬਹਾਲ ਕਰਦਾ ਹੈ। ਜਦੋਂ ਬਹਾਲ ਹੋ ਜਾਂਦਾ ਤਾਂ ਮਰੀਜ਼ ਉੱਠ ਕੇ ਤੁਰਨ ਲੱਗ ਪੈਂਦਾ। ਹੱਟਾ ਕਿ ਜੀ ਜਿਹੜੀਆਂ ਵੀ ਕਮਜ਼ੋਰੀਆਂ ਨਾਲ ਬਿਮਾਰੀਆਂ ਆਉਂਦੀਆਂ ਆ, ਉਹਦੇ ਨਾਲ ਲੜਨ ਦੀ ਇਹਦੇ 'ਚ ਬਹੁਤ ਬੜੀ ਤਾਕਤ ਹੈ। ਬਾਹਰ ਜੋ ਵੀ ਇਹਦਾ ਬਿਆਨ ਕਰਦੇ ਜਾਈਏ, ਵੀਡੀਓ ਬਹੁਤ ਲੰਬੀ ਹੋ ਜਾਣੀ ਆ, ਅਸੀਂ ਇਹ ਲਾਈਵ ਇਹ ਬਣਾ ਰਹੇ ਹਾਂ। ਹਾਂਜੀ, ਅਤੇ ਬਾਕੀ ਜਿਹੜਾ ਹੈਗਾ ਆਹ ਦੇਖੋ ਇਹ ਮਸ਼ੀਨ ਆ ਜਿਹਦੇ ਨਾਲ ਅਸੀਂ ਜੂਸ ਕੱਢਦੇ ਹਾਂ। ਇਹ ਅਸੀਂ ਕੱਢਿਆ ਆ ਸਫੇਦ ਪਿਆਜ਼ ਅਤੇ ਦੇਸੀ ਥੋਮ। ਸਫੇਦ ਪਿਆਜ਼ 1 ਕਿਲੋ, ਦੇਸੀ ਥੋਮ 1 ਕਿਲੋ, ਔਰ ਉਹ ਇਹਦਾ ਜੋ ਮਵਾਦ ਸ਼ਵਾਦ ਪਿਆ ਵਾ, ਆ ਜੱਗ ਪਿਆ ਜਿਹਦੇ ਅਸੀਂ ਕੱਢਿਆ। ਬਾਕੀ ਆ ਜਿਹੜਾ ਪਾਣੀ ਅੱਜ ਪਾਇਆ ਵਾ, ਇਹ ਸਾਰੀਆਂ ਚੀਜ਼ਾਂ ਅਸੀਂ ਕਿਉਂਕਿ ਲਾਈਵ ਚਲਾਉਂਦੇ ਹਾਂ, ਇਹਦੇ ਵਿੱਚ ਸਾਨੂੰ ਕੋਈ ਇਹ ਨਹੀਂ ਹੈ ਕਿ ਅਸੀਂ ਜਨਾਬੇ ਲਈ ਇਹਦੇ 'ਚ ਓਰੀਜਨਲ, ਔਰ ਜਿਹੜੇ ਵੀ ਮੈਨੂੰ ਲੋਕ ਜਾਣਦੇ ਨੇ ਉਹਨਾਂ ਨੂੰ ਪਤਾ ਹੈ ਕਿ ਮੈਂ ਇਹ ਗਲਤ ਬਿਆਨੀ ਨਹੀਂ ਕਰਦਾ। ਲਿਹਾਜ਼ਾ ਇਹ ਭਾਈ ਮਖਸੂਸ ਹੀ ਬਣਾਉਂਦਾ ਹੁੰਦਾ। ਇਹ ਤਾਂ ਇਹੀ ਹੁੰਦਾ ਪਹਿਲੇ ਆਓ ਅਤੇ ਪਹਿਲੇ ਪਾਓ ਵਾਲੀ ਚੀਜ਼ ਹੁੰਦੀ ਆ। ਲਿਹਾਜ਼ਾ